वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरां दा सुमेर पर्बत ते जाना अते उस तो पहला जोगियां दा सिद्धां दा नाथां दा गुरु जी नूं आके रस्ते विच मिलना, कोशिश करना कि गुरु जी वापस चले जान जां गुरु जी जे सुमेर पर्बत ते आउण तां इस करके आउण कि उन्होंने गुरु गोरख नूं गुरु धारण करना है। इन्हां जोगियां दे जिहड़े मकसद सन ये उवें ही सन जिवें साडे संसारियां दे सुभाअ हुंदे ने। अज भी तुसीं वेखोगे बड़े सारे लोगों नूं असीं महापुरख कहने आ, पर उन्हां दी मोह ममता भी साडे संसारियां वर्गी हुंदी है। जिवें सानू पुत्रां दा मोह है, सानू जायदादां दा मोह है, सानू घरां दा, फैक्ट्रियां दा, दुकानां दा मोह है, इसी तरह इन्हां नूं भी हुंदा है भी चेले वध होण, डेरे वध होण। जे आपां इसे ही गिणती मिणती विच रहे। अज बड़ी सोहनी गल एक सज्जन ने सुनाई कि एक बजुर्ग जदों मरन लग्या ते बच्चियां ने कहा भी बापू जी, पिता जी कोई शिक्षा दिओ। ते पिता जी कहन लगे भाई शिक्षा ये है कि मैं सारी जिंदगी तुहानू खट कमा के दिता है। वो कहन लगे जी दिता है, फिर एक काम करो, अज उस मेरे खट्टे कमाए विचों थोड़ा बहुता खर्च करके मेरे लिए श्वास लैके आओ, क्योंकि मैं मरन लग्या। श्वास मिल जाएंगे तो उम्र बढ़ जाएगी।
ਬੱਚੇ ਕਹਿਣ ਲੱਗੇ ਬਾਪੂ ਇਹ ਕਿਵੇਂ ਹੋ ਸਕਦਾ ਹੈ? ਤਾਂ ਬਾਪੂ ਕਹਿਣ ਲੱਗਾ ਫਿਰ ਇਹੀ ਸਿੱਖਿਆ ਹੈ ਕਿ ਮੈਂ ਸਾਰੇ ਸਵਾਸ ਖਰਚ ਕੇ ਪੈਸਾ ਇਕੱਠਾ ਕੀਤਾ, ਪਰ ਸਾਰੇ ਪੈਸੇ ਖਰਚ ਕੇ ਸਵਾਸ ਨਹੀਂ ਮੁੜ ਕੇ ਵਾਪਸ ਆ ਸਕਦੇ। ਬਸ ਇੰਨੀ ਗੱਲ ਅਗਰ ਆਪਾਂ ਜ਼ਿੰਦਗੀ ਵਿੱਚ ਸਮਝ ਲਈਏ, ਵੇਖੋ ਖਾਣਾ ਪੀਣਾ ਹੱਸਣਾ ਸੌਣਾ ਸਿਰਫ ਇਹੀ ਜ਼ਿੰਦਗੀ ਨਹੀਂ ਹੈ। ਕੁਝ ਸਮਾਂ ਸਾਨੂੰ ਧਰਮ ਕਰਮ ਵਾਸਤੇ ਜ਼ਰੂਰ ਕੱਢਣਾ ਚਾਹੀਦਾ। ਸਾਡਾ ਤਾਂ ਧਰਮ ਹੈ ਹੀ ਬੜਾ ਵਧੀਆ, ਉੱਥੇ ਦਸਵੰਧ ਹੈ। ਹੁਣ 24 ਘੰਟਿਆਂ ਦਾ ਦਸਵੰਧ ਕੀ ਬਣੇਗਾ? ਵੇਖੋ ਨਾ, 20 ਘੰਟੇ ਹੋਣ ਤੇ 2 ਘੰਟੇ ਬਣੇ, ਤੇ ਉਤਲੇ 4 ਘੰਟਿਆਂ ਦਾ ਦਸਵੰਧ ਕੀ ਬਣੇਗਾ? ਤਕਰੀਬਨ ਥੋੜੇ ਜਿਹੇ ਮਿੰਟ ਹੋਰ ਬਣਨਗੇ। ਇੰਨਾ ਸਮਾਂ ਸਾਨੂੰ ਧਰਮ ਵਾਸਤੇ ਜ਼ਰੂਰ ਕੱਢਣਾ ਚਾਹੀਦਾ ਹੈ, ਭਾਵੇਂ ਪਾਠ ਕਰੀਏ, ਭਾਵੇਂ ਸੰਗਤ ਕਰੀਏ, ਭਾਵੇਂ ਸੇਵਾ ਕਰੀਏ, ਬਾਕੀ ਜੋ ਮਰਜ਼ੀ ਕਰੋ। ਹੁਣ ਤੁਸੀਂ ਕਹੋਗੇ ਜੀ ਬਾਕੀ ਫਿਰ ਭਾਵੇਂ ਸ਼ਰਾਬ ਪੀ ਲਈਏ, ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਵੀ ਮੁੜ ਕੇ ਤੁਸੀਂ ਪੀ ਨਹੀਂ ਸਕਦੇ। ਜਿਹੜਾ ਵਿਅਕਤੀ ਜ਼ਿੰਦਗੀ 'ਚ 2.5 ਘੰਟੇ ਧਰਮ ਕਰਮ ਕਰੇਗਾ, ਤੁਸੀਂ ਕੀ ਸੋਚਦੇ ਵੀ ਉਹ ਬਾਕੀ ਘੰਟੇ ਸ਼ਰਾਬ ਪੀਏਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜਾ 2.5 ਘੰਟੇ ਪਾਠ ਕਰੇਗਾ, ਬਾਕੀ ਘੰਟੇ ਸ਼ਰਾਬ ਪੀਏਗਾ, ਸ਼ਰਾਬੀ ਨੇ ਕੀ ਸੇਵਾ ਕਰਨੀ ਹੈ ਭਾਈ? ਸ਼ਰਾਬੀ ਦਾ ਤੇ ਦਸਤੂਰ ਇਹ ਹੀ ਹੈ ਨਾ ਵੀ ਜਦੋਂ ਉਤਰ ਜੇ ਉਦੋਂ ਫਰਿੱਜ ਚੋਂ ਕੱਢ ਕੇ ਫਿਰ ਪੀ ਲਓ। ਉਹ 2.5 ਘੰਟੇ ਕਿੱਥੋਂ ਪਾਠ ਪੂਜਾ ਕਰੇਗਾ? ਇਸ ਕਰਕੇ ਇੰਨਾ ਸਮਾਂ ਅਗਰ ਤੁਸੀਂ ਇੱਧਰ ਲਾਓਗੇ ਤੇ ਤੁਹਾਡੀ ਜ਼ਿੰਦਗੀ ਬਦਲ ਜਾਏਗੀ, ਟੋਟਲ ਲਾਈਫ ਸਟਾਈਲ ਚੇਂਜ ਹੋ ਜਾਏਗਾ। ਸੋ ਇਹ ਸਿੱਧ ਜੋਗੀ ਵੀ ਗੁਰੂ ਨਾਨਕ ਸਾਹਿਬ ਨੂੰ ਰੋਕਣਾ ਚਾਹੁੰਦੇ ਨੇ। ਤੇ ਜੇ ਇਹ ਇਦਾਂ ਹੀ ਹੈ ਜਿਵੇਂ ਅਸੀਂ ਕਿਸੇ ਨੂੰ ਕੋਈ ਸਾਡੇ ਤੋਂ ਵੱਧ ਜ਼ਮੀਨ ਨਾ ਖਰੀਦ ਲੇ, ਕੋਈ ਸਾਡੇ ਆਂਢ ਗੁਆਂਢ ਕੋਈ ਆ ਕੇ ਕੋਠੀ ਨਾ ਪਾ ਲਵੇ, ਕੋਈ ਸਾਡੇ ਤੋਂ ਵੱਡੀ ਗੱਡੀ ਨਾ ਲੈ ਲਵੇ, ਜੇ ਇਹ ਇਸੇ ਈਰਖਾ ਦੇ ਵਿੱਚ ਅਸੀਂ ਤੁਰੇ ਤੇ ਇੰਨੀ ਕਿ ਜੀ ਉਹ ਤੁਰੇ ਫਿਰਦੇ ਨੇ, ਤੇ ਫਿਰ ਸਾਡੇ ਤੇ ਉਹਨਾਂ 'ਚ ਕੀ ਫਰਕ ਹੈ? ਕੁਛ ਵੀ ਨਹੀਂ। ਜੇ ਸਾਰਾ ਕੁਝ ਕਰ ਕਤਰ ਕੇ ਅਸੀਂ ਉੱਥੇ ਹੀ ਪਹੁੰਚ ਗਏ ਕਿ ਆਪਣੇ ਕੀਤੇ ਕਤਰੇ ਨੂੰ ਗਵਾ ਲਿਆ, ਤੇ ਫਿਰ ਕੀ ਫਾਇਦਾ ਹੈ? ਫਿਰ ਤਾਂ ਕੋਈ ਲਾਭ ਨਾ ਹੋਇਆ ਭਾਈ। ਸੋ ਇਸ ਲੜੀ ਨਾਲ ਜੁੜਨ ਤੋਂ ਪਹਿਲਾਂ ਅੱਜ ਥੋੜਾ ਜਿਹਾ ਸਮਾਂ, ਜਿਹੜਾ ਅੱਜ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਹੈ, ਆਪਾਂ ਇਸ ਦੇ ਨਾਲ ਵੀ ਜੁੜੀਏ। ਅੱਜ ਦਾ ਦਿਨ ਦੁਨੀਆ ਦੇ ਜਿਹੜੇ ਜੰਗ ਹੋਏ ਨੇ ਉਹਨਾਂ ਦੇ ਵਿੱਚ ਇੱਕ ਆਪਣੀ ਵੱਖਰੀ ਥਾਂ ਰੱਖਦਾ ਹੈ। ਐਸੀ ਅਸਾਮੀ ਜੰਗ ਸ਼ਾਇਦ ਇਸ ਧਰਤੀ ਤੇ ਮੁੜ ਕੇ ਕਦੇ ਨਾ ਹੋਵੇ। ਹਾਲਾਂਕਿ ਸਾਰਾ ਗੜੀ ਦਾ ਇਤਿਹਾਸ ਵੀ ਬੜਾ ਮਹਾਨ ਹੈ। 21 ਸਿਪਾਹੀ ਸਿੱਖ ਸਨ, ਬੜਾ ਵੱਡਾ ਉਹਨਾਂ ਨੇ ਮੁਕਾਬਲਾ ਕੀਤਾ। ਪਰ ਇਹ ਲਿਆ ਤੁਹਾਨੂੰ ਜਿਹੜਾ ਕਹਿੰਦਾ ਵੀ ਝੂਠ ਬੋਲਣਾ ਚਾਹੀਦਾ ਜਾਂ ਝੂਠ ਬੋਲਿਆ ਜਾ ਸਕਦਾ। ਕੋਈ ਧਰਮ ਗ੍ਰੰਥ ਨਹੀਂ ਕਹਿੰਦਾ, ਨਾ ਕੁਰਾਨ ਸ਼ਰੀਫ 'ਚ ਲਿਖਿਆ, ਨਾ ਵੇਦਾਂ 'ਚ ਲਿਖਿਆ, ਨਾ ਸਿਮਰਤੀਆਂ ਸ਼ਾਸਤਰਾਂ 'ਚ ਲਿਖਿਆ, ਨਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਝੂਠ ਬੋਲਣਾ ਚਾਹੀਦਾ। ਮੰਗਲਨਾਥ ਕਹਿਣ ਲੱਗਾ ਕਿ ਸਭ ਆਗਮ ਸਭ ਮਤ ਜਿੱਤੇ ਭਾਖਤ ਸਭੈ ਪੁਰਾਣ। ਸਾਰੇ ਪੁਰਾਣ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਇਹ ਲਿਖਿਆ ਵੀ ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਨਹੀਂ ਲਕਾਉਣਾ ਚਾਹੀਦਾ। ਹਾਂਜੀ। ਸਾਚ ਸਮਾਨ ਨ ਪੁੰਨ ਕੋ ਪਾਪ ਨ ਝੂਠ ਸਮਾਨ। ਸਭ ਤੋਂ ਵੱਡਾ ਪੁੰਨ ਹੈ ਸੱਚ ਬੋਲਣਾ, ਸਭ ਤੋਂ ਵੱਡਾ ਪਾਪ ਹੈ ਝੂਠ ਬੋਲਣਾ। ਹੁਣ ਤੁਸੀਂ ਦੱਸੋ ਵੀ ਤੁਸੀਂ ਪਾਪ ਕਿਹਨੂੰ ਕਹਿੰਦੇ ਹੋ? ਮੈਂ ਤੇ ਰੋਜ਼ ਬੇਨਤੀ ਕਰਦਾ ਵੀ ਕਈ ਤੇ ਸ਼ਰਾਬ ਪੀਣ ਨੂੰ ਵੀ ਪਾਪ ਨਹੀਂ ਮੰਨਦੇ। ਉਹ ਕਹਿੰਦੇ ਇਹਦੇ 'ਚ ਕਿਹੜਾ ਜੀਵ ਹੱਤਿਆ ਹੁੰਦੀ ਹੈ? ਨਹੀਂ, ਪਾਪ ਦਾ ਮਤਲਬ ਹੈ
ਝੂਠ ਬੋਲਣਾ, ਪੁੰਨ ਸੱਚ ਬੋਲਣਾ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਹੈ ਵੀ ਇਹ, ਹਾਲਾਂਕਿ ਗੱਲ ਤੁਸੀਂ ਕਹੋਗੇ ਵੀ ਠੀਕ ਹੈ, ਹੁਣ ਮੇਰੇ ਕੋਲ ਹੈ ਕੋਈ ਆਦਮੀ ਆ ਗਿਆ ਵੀ ਗਿਆਨੀ ਜੀ ਤੁਸੀਂ ਆਹ ਕੰਮ ਕਰ ਦਿਓ, ਹੁਣ ਮੈਂ ਹੈਗਾ ਇੰਨੇ ਜੋਗਾ ਜਾਂ ਨਹੀਂ ਹੈਗਾ, ਇੱਕ ਉਦਾਹਰਨ ਹੈ। ਜਾਂ ਕੋਈ ਕਿਸੇ ਬੰਦਾ ਕਿਸੇ ਮੰਤਰੀ ਕੋਲ ਚਲਾ ਗਿਆ, ਸਾਡੇ ਬੱਚੇ ਨੂੰ ਨੌਕਰੀ ਲਾ ਦਿਓ ਜੀ, ਹੁਣ ਉਹਨੇ ਨੌਕਰੀ ਲਾਤੀ। ਹੁਣ ਤੁਸੀਂ ਕਹੋਗੇ ਜੀ ਉਹਨੇ ਤੇ ਪੁੰਨ ਕੀਤਾ, ਉਹਨੇ ਪੁੰਨ ਨਹੀਂ ਕੀਤਾ, ਉਹਨੇ ਇੱਕ ਪਾਪ ਕੀਤਾ, ਕਿਉਂਕਿ ਨੌਕਰੀ ਇੱਕ ਸੀ। ਚਾਹੀਦਾ ਇਹ ਸੀ ਕਿ ਜਿਹੜਾ ਬੱਚਾ ਡਿਜ਼ਰਵ ਕਰਦਾ ਸੀ ਉਹਨੂੰ ਮਿਲਣੀ ਚਾਹੀਦੀ ਸੀ, ਮਿਲ ਗਈ ਸਿਫਾਰਸ਼ੀ ਨੂੰ। ਹੁਣ ਜਿਹੜਾ ਬੱਚਾ ਡਿਜ਼ਰਵ ਕਰਦਾ ਹੈ, ਹੁਣ ਰੱਬ ਨਾ ਕਰੇ ਉਹ ਬੱਚਾ ਕਿਸੇ ਰੇਹੜੀ ਲਾ ਕੇ ਸਬਜ਼ੀ ਵੇਚਣ ਵਾਲੇ ਦਾ ਹੋਵੇ, ਅਗਰ ਉਸ ਬੱਚੇ ਨੂੰ ਨੌਕਰੀ ਮਿਲਦੀ ਉਹਦੇ ਬਾਪ ਦੀ ਰੇਹੜੀ ਛੁੱਟ ਜਾਣੀ ਸੀ, ਉਹਦੀ ਪੂਰੀ ਕੁੱਲ ਬਦਲ ਜਾਣੀ ਸੀ, ਜਨਰੇਸ਼ਨ ਚੇਂਜ ਹੋ ਜਾਣੀ ਸੀ ਉਹਦੀ। ਹੁਣ ਦੱਸੋ ਵੀ ਉਸ ਮੰਤਰੀ ਨੂੰ ਨੌਕਰੀ ਦਿੱਤੀ ਦਾ ਪਾਪ ਲੱਗੇਗਾ ਕਿ ਪੁੰਨ ਲੱਗੇਗਾ? ਆਪਾਂ ਗੁਰਦੁਆਰੇ ਬਹਿ ਕੇ ਗੱਲਾਂ ਕਰਦੇ ਆ ਸਾਰੇ, ਉਤਨੀ ਜੀ ਮਦਦ ਕਰਨੀ ਚਾਹੀਦੀ ਜੀ, ਮਦਦ ਤੇ ਕਰੋ, ਪਰ ਜਿਹਦਾ ਹੱਕ ਮਾਰੋਗੇ ਉਹ ਉੱਥੇ ਕੀ ਹੋਏਗਾ? ਜਿਸ ਬੰਦੇ ਦਾ ਹੱਕ ਮਾਰਿਆ ਜਾਏਗਾ ਉਹਦਾ ਪਾਪ ਤੇ ਤੁਹਾਨੂੰ ਲੱਗੇਗਾ ਨਾ। ਨੌਕਰੀ ਕਿਸੇ ਨੂੰ ਤਾਂ ਮਿਲਣੀ ਸੀ, ਅਗਰ ਨੌਕਰੀ ਕੋਈ ਜੌਬ ਕੋਈ ਹੈ, ਕੋਈ ਵੈਕੈਂਸੀ ਹੈ, ਤਾਂ ਕੋਈ ਬੰਦਾ ਤੇ ਉੱਥੇ ਜਾਏਗਾ ਨਾ। ਜਿਹੜਾ ਬੰਦਾ ਉਹਦਾ ਹੱਕਦਾਰ ਹੈ, ਜਿਹਦੀ ਯੋਗਤਾ ਹੈ, ਉਹਨੂੰ ਹੀ ਮਿਲਣੀ ਚਾਹੀਦੀ ਸੀ। ਪਤਾ ਨਹੀਂ ਉਹਦੇ ਪਰਿਵਾਰ ਨੂੰ ਉਹਦੀ ਕਿੰਨੀ ਕੁ ਲੋੜ ਹੋਏਗੀ ਉਸ ਨੌਕਰੀ ਦੀ। ਅਸੀਂ ਦੂਜਾ ਕੰਮ ਫੜਿਆ, ਜਾਂ ਕਿਸੇ ਦਾ ਮੂੰਹ ਵੇਖ ਕੇ ਨੌਕਰੀ ਲਵਾਤੀ, ਜਾਂ ਕਿਸੇ ਤੋਂ ਪੈਸੇ ਲੈ ਕੇ ਨੌਕਰੀ ਲਵਾਤੀ। ਜਿਨ੍ਹਾਂ ਦੀ ਯੋਗਤਾ ਹੁੰਦੀ ਉਹ ਵਿਚਾਰੇ ਰੁਲਦੇ ਫਿਰਦੇ ਰਹਿੰਦੇ ਨੇ। ਇਸ ਕਰਕੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ। ਇਹੋ ਜਿਹੀਆਂ ਦਲਾਲੀਆਂ ਕਰਨ ਵਾਲਿਆਂ ਦੇ ਅਖੀਰ ਹੱਥ ਵੱਢੇ ਜਾਣੇ ਨੇ। ਮੰਗਲਨਾਥ ਜੋਗੀ ਨੇ ਕਿਹਾ ਕਿ ਸ਼ੰਭੂਨਾਥ ਸਾਚ ਸਮਾਨ ਨਾ ਪੁੰਨ ਕੋ, ਪਾਪ ਨਾ ਝੂਠ ਸਮਾਨ। ਸੱਚ ਦੇ ਬਰਾਬਰ ਪੁੰਨ ਕੋਈ ਨਹੀਂ, ਝੂਠ ਦੇ ਬਰਾਬਰ ਪਾਪ ਕੋਈ ਨਹੀਂ। ਹਾਂਜੀ। ਕਹੋ ਨ ਕੈਸਾ ਉਹ ਹੈ ਸੋ ਜੈਸਾ ਤੈਸਾ, ਜਬ ਆਵੇਗੇ ਨਿਕਟ ਤਬ ਦੇਖ ਲੀਜੇ ਤਾਹੇ ਕੋ। ਇਹ ਗੱਲ ਗੁਰਬਾਣੀ ਦੀ ਪੰਕਤੀ ਨੋਟ ਕਰ ਲਓ। ਜੈ ਝੂਠ ਤੈ ਪਾਪ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਝੂਠ ਆਇਆ ਹੀ ਇਸ ਕਰਕੇ ਵੀ ਉੱਥੇ ਪਾਪ ਸੀ, ਨਹੀਂ ਤੇ ਝੂਠ ਬੋਲਣ ਦੀ ਕੀ ਲੋੜ ਹੈ? ਹੁਣ ਕੋਈ ਮੈਨੂੰ ਪੁੱਛਦਾ ਵੀ ਤੂੰ ਕੌਣ ਹੈ, ਤੇ ਜੇ ਮੈਂ ਕਹਾਂ ਜੀ ਮੈਂ ਤੇ ਮੇਜਰ ਸਿੰਘ ਆ, ਵੀ ਮੈਨੂੰ ਝੂਠ ਬੋਲਣ ਦੀ ਕਿਉਂ ਲੋੜ ਪਈ? ਮੈਨੂੰ ਪਤਾ ਵੀ ਰਣਜੀਤ ਸਿੰਘ ਆ ਤੇ ਇਹਨੇ ਫੜ ਲੈਣਾ। ਜੈ ਝੂਠ ਤੈ ਪਾਪ ਹੈ, ਝੂਠ ਬੋਲਿਆ ਹੀ ਇਸ ਕਰਕੇ ਜਾਂਦਾ ਹੈ ਕਿ ਬੰਦਾ ਪਾਪ ਲੁਕਾਉਣਾ ਚਾਹੁੰਦਾ ਹੈ। ਜੈ ਖਿਮਾ ਤੈ ਆਪ, ਜਿੱਥੇ ਮੁਆਫੀ ਹੈ ਉੱਥੇ ਖੁਦ ਰੱਬ ਆਪ ਵਸਦਾ ਭਾਈ। ਜਿੱਥੇ ਖਿਮਾ ਹੈ, ਜਿੱਥੇ ਦਇਆ ਹੈ, ਜਿੱਥੇ ਧਰਮ ਹੈ, ਉੱਥੇ ਪ੍ਰਮਾਤਮਾ ਆਪ ਹੈ। ਮੰਗਲਨਾਥ ਕਹਿਣ ਲੱਗਾ, ਸੁਣ ਸ਼ੰਭੂ, ਕਹੋ ਨ ਕੈਸਾ ਉਹ ਹੈ ਸੋ ਜੈਸਾ ਤੈਸਾ, ਜਬ ਆਵੇ ਗੋ ਨਿਕਟ ਤਬ ਦੇਖ ਲੀਜੇ ਤਾਹੇ ਕੋ। ਮੈਨੂੰ ਕਹਿਣ ਦੀ ਕੀ ਲੋੜ ਹੈ? ਉਹ ਨਾਨਕ ਤਪਾ ਰਿਹਾ ਹੈ, ਜਿਹੋ ਜਿਹਾ ਹੈਗਾ ਉਹੋ ਜਿਹਾ ਹੀ ਹੈ। ਉਹ ਕਿਹੜਾ ਬਦਲ ਜਾਣਾ ਹੈ? ਜਦੋਂ ਆ ਜਾਏਗਾ ਵੇਖ ਲਿਓ ਭਾਈ, ਤੁਹਾਡੀ ਵੀ ਤਸੱਲੀ ਹੋ ਜਾਏਗੀ। ਹਾਂਜੀ। ਸ਼ੰਭੂਨਾਥ ਕ੍ਰੋਧ ਕਰ ਗੋਰਖ ਸੋ ਕਹੇ, ਇਹ ਗੋਪ ਪਖ ਰਾਖਤ ਸੋ ਨਾਨਕ ਕੇ ਰਾਹ ਕੋ। ਸ਼ੰਭੂਨਾਥ ਅਜੇ ਵੀ ਨਹੀਂ ਸੁਧਰਿਆ। ਉਹਨੇ ਗੁਰੂ ਗੋਰਖ ਨੂੰ ਫਿਰ ਸ਼ਿਕਾਇਤ ਕੀਤੀ, ਫਿਰ ਕੰਪਲੇਂਟ ਕੀਤੀ। ਕਹਿਣ ਲੱਗਾ, ਵੇਖੋ ਜੀ ਚੇਲਾ ਤੁਹਾਡਾ ਹੈ ਤੇ ਪੱਖ ਗੋਪ ਦਾ ਹੈ, ਇਹ ਨਾਨਕ ਤੱਪੇ ਦਾ। ਜਿਵੇਂ ਆਪਾਂ ਜਦੋਂ ਆਪਾਂ ਨੂੰ ਕੁਝ ਨਾ ਗੱਲ ਸੁਝੇ ਬੁੱਝੇ ਤੇ ਫਿਰ ਆਪਾਂ ਕੀ ਕਹਿੰਦੇ ਆ?
ਆਪਾਂ ਕਹਿੰਦੇ ਵੀ ਤੂੰ ਦੱਸ ਵੀ ਤੂੰ ਸਾਡੇ ਪਰਿਵਾਰ ਦਾ ਹੈ ਕਿ ਉਹਨਾਂ ਦਾ ਬੰਦਾ ਹੈ, ਤੂੰ ਸਾਡੀ ਪਾਰਟੀ ਦਾ ਹੈ ਕਿ ਉਹਨਾਂ ਦੀ ਪਾਰਟੀ ਦਾ ਹੈ। ਅਸੀਂ ਇੱਥੇ ਹੀ ਗਲਤੀ ਕਰਦੇ ਹਾਂ। ਆਪਣਾ ਹੋਵੇ ਤੇ ਭਾਵੇਂ ਜਿੰਨਾ ਮਰਜ਼ੀ ਗਲਤ ਹੋਵੇ ਉਹ ਫਿਰ ਵੀ ਠੀਕ ਹੈ, ਬੇਗਾਨਾ ਹੋਵੇ ਤਾਂ ਜਿੰਨਾ ਮਰਜ਼ੀ ਠੀਕ ਹੋਵੇ ਉਹ ਤਾਂ ਵੀ ਗਲਤ ਹੈ। ਇੱਥੇ ਧਰਮ ਖਤਮ ਹੋ ਜਾਂਦਾ ਹੈ। ਮਤਲਬ ਆਪਣੇ ਗਲਤ ਨੂੰ ਵੀ ਤੁਸੀਂ ਚੰਗਾ ਕਹਿ ਰਹੇ ਹੋ, ਇਹ ਧਰਮ ਨਹੀਂ ਹੈ। ਦੂਜੇ ਚੰਗੇ ਨੂੰ ਵੀ ਤੁਸੀਂ ਮਾੜਾ ਕਹਿ ਰਹੇ ਹੋ, ਇਹ ਵੀ ਧਰਮ ਨਹੀਂ ਹੈ। ਸ਼ੰਭੂਨਾਥ ਮੰਗਲਨਾਥ ਨੂੰ ਅੱਗੋਂ ਪੈ ਗਿਆ, ਕਹਿਣ ਲੱਗਾ ਵੀ ਤੂੰ ਚੇਲਾ ਕਿਹਦਾ ਹੈ? ਚੇਲਾ ਗੁਰੂ ਗੋਰਖ ਦਾ ਹੈ, ਤੇ ਗੱਲਾਂ ਗੋਪਦਾ ਹੈ ਤੂੰ ਗੁਰੂ ਨਾਨਕ ਦੀਆਂ, ਪੱਖ ਤੂੰ ਉਹਨਾਂ ਦਾ ਲੈ ਰਿਹਾ ਹੈ। ਹਾਂਜੀ, ਜਾਣਿਓ ਜੋ ਵਡੇਰੋ ਅਬ ਚੇਲੋ ਜਾਏ ਹੋਵੇ ਤਾਂ ਕੋ ਸਿੱਧ ਭੀਖ ਤਜੈ ਇਹਾਂ ਬਰਜਤ ਨਾਹੇ ਕੋ। ਸ਼ੰਭੂਨਾਥ ਮੰਗਲਨਾਥ ਨੂੰ ਕਹਿਣ ਲੱਗਾ ਵੀ ਜੇ ਤੈਨੂੰ ਨਾਨਕ ਇੰਨਾ ਹੀ ਵੱਡਾ ਲੱਗਦਾ ਹੈ ਤੇ ਆ ਜੋਗੀਆਂ ਵਾਲਾ ਭੇਖ ਉਤਾਰ, ਛੱਡ ਸੁਆਹ ਮਲਣੀ, ਕੰਨਾਂ ਦੀਆਂ ਮੁੰਦਰਾਂ ਉਤਾਰ, ਰੱਖ ਇੱਥੇ ਖੱਪਰ, ਡੰਡਾ ਰੱਖ ਦੇ ਇੱਥੇ, ਹੁਣ ਕਫਣੀ ਵੀ ਰੱਖ ਦੇ, ਤੇ ਜਾ ਕੇ ਨਾਨਕ ਦਾ ਚੇਲਾ ਬਣ ਜਾ, ਤੈਨੂੰ ਕੌਣ ਰੋਕਦਾ? ਉਹ ਜਿਵੇਂ ਲੋਕ ਕਹਿੰਦੇ ਨੇ ਵੀ ਜੇ ਤੈਨੂੰ ਉਹ ਪਾਰਟੀ ਇੰਨੀ ਚੰਗੀ ਲੱਗਦੀ ਹੈ ਤੇ ਜਾ ਉਹ ਪਾਰਟੀ ਜੁਆਇਨ ਕਰ ਲੈ ਜਾ ਕੇ, ਜੇ ਉਹ ਧੜਾ ਚੰਗਾ ਲੱਗਦਾ ਤੇ ਜਾ ਉਧਰ ਚਲੇ ਜਾ, ਜੇ ਤੈਨੂੰ ਉਹ ਪਰਿਵਾਰ ਚੰਗਾ ਲੱਗਦਾ ਤਾਂ ਉਧਰ ਚਲੇ ਜਾ। ਸ਼ੰਭੂਨਾਥ ਕਹਿਣ ਲੱਗਾ ਮੰਗਲਨਾਥ ਨੂੰ ਵੀ ਜੇ ਤੈਨੂੰ ਨਾਨਕ ਤੱਪਾ ਹੀ ਠੀਕ ਲੱਗਦਾ ਹੈ ਤੇ ਫਿਰ ਜੋਗੀਆਂ ਦਾ ਭੇਖ ਉਤਾਰ ਦੇ, ਜਾ ਕੇ ਗੁਰੂ ਨਾਨਕ ਨੂੰ ਗੁਰੂ ਧਾਰਨ ਕਰ ਲੈ, ਤੈਨੂੰ ਕੌਣ ਰੋਕਦਾ ਇੱਥੇ? ਹਾਂਜੀ, ਹਾਂ ਤੋ ਦੇਖ ਲੀਨੋ ਜਾਏ ਭਲੀ ਬਿਦ ਬਾਦ ਕੀਨੋ ਚੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ। ਸ਼ੰਭੂਨਾਥ ਕਹਿੰਦਾ ਵੀ ਮੈਂ ਬਿਲਕੁਲ ਠੀਕ ਵੇਖਿਆ, ਠੀਕ ਉਹਦੇ ਨਾਲ ਮੈਂ ਗੱਲਬਾਤ ਕੀਤੀ ਹੈ, ਜੋ ਮੈਂ ਜਾਣਿਆ ਹੈ ਉਹੀ ਮੈਂ ਬੋਲਿਆ ਹੈ, ਮੈਂ ਕੋਈ ਝੂਠ ਨਹੀਂ ਬੋਲਿਆ। ਉਹ ਅੜ ਗਿਆ। ਦੇਖੋ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਜੇ ਦੁਨੀਆ 'ਚ। ਅਗਰ ਮੈਂ ਝੂਠ ਤੇ ਸਟੈਂਡ ਕਰ ਲਵਾਂ ਤੇ ਤੁਸੀਂ ਕੀ ਕਰੋਗੇ? ਉਹਦਾ ਕੋਈ ਇਲਾਜ ਹੀ ਨਹੀਂ ਹੈਗਾ। ਮੈਂ ਸ਼ਾਇਦ ਪਹਿਲਾਂ ਵੀ ਗੱਲ ਆਪ ਜੀ ਨਾਲ ਸਾਂਝੀ ਕੀਤੀ। ਸਾਡੇ ਪਿੰਡ ਦੇ ਨਾ ਬਜ਼ੁਰਗ ਬੈਠੇ ਸੀ ਸੱਥ ਵਿੱਚ, ਵੱਡਾ ਸਾਰਾ ਤਖਤਪੋਸ਼ ਹੁੰਦਾ ਸੀਗਾ, ਉੱਥੇ ਬੈਠੇ ਰਹਿੰਦੇ ਸੀ ਸਾਰਾ ਦਿਨ। ਤੇ ਕੇਵਲ ਨਾਂ ਦਾ ਇੱਕ ਹਿੰਦੂ ਪਰਿਵਾਰ ਦਾ ਲੜਕਾ ਸੀ, ਉਹ ਲਾਗੇ ਸਾਡੇ ਛੋਟਾ ਜਿਹਾ ਕਸਬਾ, ਅੱਜ ਕੱਲ੍ਹ ਤੇ ਤਹਿਸੀਲ ਹੋ ਗਈ ਹੈ, ਬੜੀ ਪੁਰਾਣੀ ਗੱਲ ਹੈ, ਘੱਟੋ ਘੱਟ ਮੇਰੇ ਖਿਆਲ 40 ਸਾਲ ਪੁਰਾਣੀ ਗੱਲ ਤੇ ਹੋਣੀ ਹੈ। ਉਹ ਕਿਤੇ ਉਧਰੋਂ ਆਇਆ ਕਸਬੇ ਵੱਲੋਂ, ਤੇ ਬਜ਼ੁਰਗ ਕਹਿੰਦੇ ਵੀ ਕਾਕਾ ਕਿੱਥੋਂ ਆਇਆ ਕੇਵਲ? ਉਹਨੇ ਕਿਹਾ ਜੀ ਮੈਂ ਉੱਥੋਂ ਆਇਆ। ਸੁਣਾ ਕੀ ਵੇਖਿਆ? ਕਹਿੰਦਾ ਵੇਖਣਾ ਕੀ ਹੈ? ਕਹਿੰਦਾ ਆਪਣੇ ਨਾਲ ਦੇ ਪਿੰਡ 'ਚ ਨਾ, ਕਹਿੰਦਾ 2 ਕੁੱਕੜ ਜੋੜ ਕੇ ਤੇ ਇੱਕ ਜੱਟ ਹਲ ਵਾਹ ਰਿਹਾ ਹੈ। ਉਹ ਕਹਿੰਦੇ ਵੀ ਇਹ ਕਿੱਦਾਂ ਹੋ ਸਕਦਾ? ਕਹਿੰਦਾ ਉਹ ਤੁਹਾਨੂੰ ਵਿਖਾ ਲਿਆਉਣਾ ਮੈਂ। ਲੈ ਦੱਸੋ ਇਹਦਾ ਕੋਈ ਇਲਾਜ ਹੈ ਕੋਈ? ਹੁਣ ਉਹਦਾ ਮਤਲਬ ਕੀ ਸੀਗਾ? ਮਤਲਬ ਜੇ ਬੁੱਢੇ ਤੁਰ ਵੀ ਪੈਣਗੇ ਤਾਂ ਅੱਧੇ ਘੰਟੇ 'ਚ ਪਹੁੰਚਣਗੇ ਉੱਥੇ। ਤੇ ਮੈਂ ਕਹੂੰਗਾ ਵੀ ਛੱਡ ਗਿਆ ਹੋਊਗਾ, ਕੋਈ ਜ਼ਰੂਰੀ ਥੋੜਾ ਵੀ ਉਹਨੇ ਸਾਰਾ ਦਿਨ ਹੀ ਹਲਵਾ ਹੀ ਜਾਣਾ ਸੀ। ਉਹ ਲੈ ਗਿਆ ਹੋਏਗਾ ਕੁੱਕੜ ਆਪਣੇ, ਮੈਂ ਕੀ ਕਰਾਂ? ਇਹਨਾਂ ਚੀਜ਼ਾਂ ਦਾ ਕੋਈ ਦੁਨੀਆ 'ਚ ਇਲਾਜ ਨਹੀਂ ਹੈ। ਝੂਠੇ ਬੰਦੇ ਦੀ ਕੋਈ ਦਵਾਈ ਨਹੀਂ ਹੈਗੀ, ਕੋਈ ਮੈਡੀਸਨ ਨਹੀਂ ਹੈ ਕਿ ਤੁਸੀਂ ਝੂਠੇ ਬੰਦੇ ਨੂੰ ਕਹੋ ਜੀ ਵੀ ਤੂੰ ਦਵਾਈ ਖਾਇਆ ਕਰ, ਤੂੰ ਸੱਚ ਬੋਲੇਗਾ। ਹਾਂ, ਝੂਠਾ ਬੰਦਾ ਆਪਣੇ ਝੂਠ ਕਰਕੇ ਫਸ ਰੋ ਜਾਂਦਾ ਹੈ। ਉਹ ਕਿਸੇ ਨੇ ਪੁੱਛਿਆ ਨਾ ਵੀ ਤੈਨੂੰ ਅਮਰੀਕਾ ਬਾਰੇ ਪਤਾ ਹੈ? ਕਹਿੰਦਾ ਜੀ ਮੈਂ ਰਿਹਾ ਉੱਥੇ 2-3 ਸਾਲ। ਕਹਿੰਦਾ ਫਿਰ ਤੈਨੂੰ ਇੰਗਲੈਂਡ ਬਾਰੇ ਪਤਾ ਹੈ? ਕਹਿੰਦਾ ਮੈਂ 2-3 ਸਾਲ ਉੱਥੇ ਰਿਹਾ, ਪਤਾ ਮੈਨੂੰ। ਫਿਰ ਦੂਜੇ ਪਾਸੇ ਤੁਰ ਪਏ ਵੀ ਤੈਨੂੰ ਨਿਊਜ਼ੀਲੈਂਡ ਬਾਰੇ, ਆਸਟ੍ਰੇਲੀਆ ਬਾਰੇ ਪਤਾ ਹੈ? ਕਹਿੰਦਾ ਮੈਂ ਉੱਥੇ ਵੀ ਰਿਹਾ। ਉਹ ਕਹਿੰਦਾ ਫਿਰ ਤੈਨੂੰ ਜੋਗਰਾਫੀਏ ਬਾਰੇ ਬੜੀ ਨੌਲੇਜ ਹੋਣੀ ਹੈ? ਕਹਿੰਦਾ ਨਹੀਂ ਮੈਂ ਉੱਥੇ ਵੀ 2-3 ਸਾਲ ਰਿਹਾ। ਕਿਉਂਕਿ ਫਸਦੇ ਵੀ ਕਿਤੇ ਨਾ ਕਿਤੇ ਜਾਣਾ ਹੀ ਹੈ ਨਾ। ਹੁਣ ਉਹਨੂੰ ਇਹ ਤਾਂ ਸਮਝ ਆਈ ਨਹੀਂ ਵੀ ਮੈਂ ਕਰ ਕੀ ਰਿਹਾ। ਜਿਹੜਾ ਝੂਠਾ ਆਦਮੀ ਹੁੰਦਾ ਹੈ ਨਾ, ਇਸੇ ਕਰਕੇ ਕਹਿੰਦੇ ਨੇ ਵੀ
ਹਜ਼ਾਰਾਂ ਲੱਖਾਂ ਝੂਠਾਂ ਦੇ ਬਰਾਬਰ ਇੱਕ ਹੀ ਸੱਚ ਕਾਫੀ ਹੈ। ਸ਼ੰਭੂਨਾਥ ਫਿਰ ਉੱਥੇ ਅੜ ਗਿਆ, ਕਹਿਣ ਲੱਗਾ ਜੀ ਮੈਂ ਠੀਕ ਆ, ਮੈਂ ਵੇਖ ਕੇ ਆਇਆ, ਮੈਂ ਉਹਦੇ ਨਾਲ ਗੱਲਬਾਤ ਕਰਕੇ ਆਇਆ, ਜੋ ਮਹਿਸੂਸ ਕੀਤਾ, ਜੋ ਵੇਖਿਆ ਮੈਂ ਤੁਹਾਨੂੰ ਦੱਸ ਦਿੱਤਾ। ਹਾਂਜੀ। ਮੰਗਲ ਕਹਿਤ ਸੁਣ ਸ਼ੰਭੂਨਾਥ, ਤੇਰੇ ਕਹਿ ਹੋਤ ਨਹਿ ਘਾਟ ਭਾਣ ਉੱਲੂ ਜੀਵ ਜਾਨੀਐ। ਹੁਣ ਮੰਗਲਨਾਥ ਕਹਿਣ ਲੱਗਾ, ਸੁਣ ਸ਼ੰਭੂ ਸੁਣ, ਤੇਰੇ ਕਹਿਣ ਨਾਲ ਜੇ ਉੱਲੂ ਨੂੰ ਦਿਨੇ ਨਾ ਦਿਸੇ ਤੇ ਇਹਦਾ ਅਰਥ ਕੀ ਹੈ ਵੀ ਦਿਨੇ ਸੂਰਜ ਨਹੀਂ ਹੁੰਦਾ। ਹੁਣ ਆਪਾਂ ਸਾਰਿਆਂ ਨੂੰ ਦਿਨੇ ਦਿਸਦਾ, ਉੱਲੂ ਨੂੰ ਨਹੀਂ ਦਿਸਦਾ। ਹੁਣ ਆਪਾਂ ਕਹੀਏ ਵੀ ਸੂਰਜ ਹੈਗਾ ਤੇ ਉੱਲੂ ਕਵੇ ਵੀ ਮੈਨੂੰ ਤਾਂ ਦੀਦਾ ਨਹੀਂ, ਤੇ ਕੀ ਉੱਲੂ ਦੇ ਕਹਿਣ ਨਾਲ ਸੂਰਜ ਛੁਪ ਜਾਏਗਾ? ਉਹਨੇ ਉਦਾਹਰਣੀ ਐਸੀ ਦਿੱਤੀ, ਕਹਿਣ ਲੱਗਾ ਕਿਉਂ ਉੱਲੂ ਵਾਲੀਆਂ ਗੱਲਾਂ ਕਰਦਾ। ਹਾਂਜੀ। ਜੋਗੀ ਜੋਗ ਨਾਹੀ ਹੋਏ ਭਲੋ ਤਾਂ ਕੋ ਬੁਰਾ ਭਾਖੈ, ਬੂਝੈ ਦੇਖ ਸਿੱਧਨ ਕੋ ਕੈਸੇ ਕਹਿ ਬਖਾਨੀਐ। ਇਸ ਕਰਕੇ ਜੋਗੀ ਦਾ ਯੋਗ ਇਹ ਨਹੀਂ ਹੈ, ਜੋਗੀ ਦੀ ਸਾਧਨਾ ਇਹ ਨਹੀਂ ਹੈ ਕਿ ਜੇ ਉਹ ਹੋਏ ਭਲੋ ਤਾਂ ਕੋ ਬੁਰੋ ਭਾਖੈ, ਚੰਗੇ ਨੂੰ ਮਾੜਾ ਕਵੇ। ਇਹ ਕਾਹਦਾ ਯੋਗ ਹੈ? ਫਿਰ ਸਾਧਨਾ ਕਾਹਦੀ ਹੈ? ਕੋਈ ਮੇਰੇ ਵਰਗਾ ਜਦੋਂ ਝੂਠ ਬੋਲੇਗਾ ਤੇ ਅਗਲਾ ਇੱਕੋ ਹੀ ਗੱਲ ਕਵੇਗਾ ਵੀ ਗਿਆਨੀ ਜੀ ਕਾਹਦੀ ਤੁਹਾਡੀ ਪਾਠ ਪੂਜਾ, ਇੰਨਾ ਝੂਠ ਬੋਲਦੇ ਹੋ ਤੁਸੀਂ। ਦੇਖੋ ਉਹਨੇ ਬੰਦੇ ਨੇ ਫਿਰ ਮਾਫੀ ਨਹੀਂ ਦੇਣੀ, ਤੇ ਉਹਨੇ ਫਿਰ ਉਹੀ ਗੱਲ ਕਹਿਣੀ ਜਿਹੜੀ ਉਹਨੇ ਵੇਖੀ ਹੈ ਵੀ ਜੇ ਇੰਨਾ ਪਾਠ ਪੂਜਾ ਕਰਕੇ ਵੀ ਝੂਠ ਹੀ ਬੋਲਣਾ ਹੈ ਤੇ ਫਿਰ ਪਾਠ ਕਰਨ ਦੀ ਕੀ ਲੋੜ ਹੈ। ਉਹ ਕਹਿੰਦਾ ਵੀ ਤੇਰੀਆਂ ਯੋਗ ਸਾਧਨਾਵਾਂ ਦੀ ਕੀ ਲੋੜ ਹੈ, ਕਿ ਯੋਗ ਇਹ ਕਹਿੰਦਾ ਕਿ ਭਲੇ ਨੂੰ ਬੁਰਾ ਕਹੋ ਤੁਸੀਂ, ਚੰਗੇ ਨੂੰ ਮਾੜਾ ਕਹੋ ਤੁਸੀਂ। ਬੂਝੈ ਦੇਖ ਸਿੱਧਨ ਕੋ ਕੈਸੇ ਕਹਿ ਬਖਾਨੀ ਹੈ। ਆ ਪੁੱਛਾ, ਤੇਰੇ ਨਾਲ ਇੱਥੇ ਬੈਠੇ ਨੇ ਸਾਰੇ ਜੋਗੀ, ਇਹਨਾਂ ਨੂੰ ਪੁੱਛ ਵੀ ਕੀ ਕਹਿਣਾ ਚਾਹੀਦਾ। ਕਹਿਣਾ ਇਹ ਚਾਹੀਦਾ ਕਿ ਜੋ ਵੇਖਿਆ ਉਹ ਕਹਿਣਾ ਚਾਹੀਦਾ, ਜੋ ਸੱਚ ਹੈ ਉਹ ਕਹਿਣਾ ਚਾਹੀਦਾ, ਜੋ ਹਕੀਕਤ ਹੈ ਉਹ ਬਿਆਨ ਕਰਨੀ ਚਾਹੀਦੀ ਹੈ। ਜੋਗ ਤੇ ਇਹੋ ਹੀ ਕਹਿੰਦਾ ਵੀ ਸੱਚ ਬੋਲੋ। ਹਾਂਜੀ। ਝੇਲੇ ਹੋਏ ਵਾਰ ਵਾਰ ਗਈਏ ਰੇ ਨਾਰ, ਤਾਂ ਕੀ ਸੰਤ ਆਗੇ ਸੰਤ ਨੀਵੈ ਚੋਰ ਚੋਰ ਮਾਨੀਐ। ਇਸ ਕਰਕੇ ਸੁਣ ਸ਼ੰਭੂ, ਚੇਲੇ ਹੋਏ ਵਾਰ ਵਾਰ ਗਹੀਏ ਰੇ ਨਾਰ, ਤਾਂ ਕੀ ਕਹਿੰਦਾ ਤੂੰ ਇੱਕ ਵਾਰੀ ਕਹਿਣਾ, ਮੈਂ ਤੇ 1000 ਵਾਰੀ ਉਹਦਾ ਚੇਲਾ ਬਣਨ ਲਈ ਤਿਆਰ ਆ। ਮੈਂ ਤਾਂ ਉਹਦੇ ਚਰਨਾਂ ਦੀ ਧੂੜ ਮਿੱਟੀ ਲੈ ਕੇ ਆਪਣੇ ਮੱਥੇ ਨੂੰ ਲਾਉਣ ਲਈ ਤਿਆਰ ਆ। ਇਸ ਕਰਕੇ ਪਾਈ ਘਰ ਮਾਹੇ ਹਾਰ ਆਏ ਤਾਂ ਤੇ, ਸੰਤ ਆਗੇ ਸੰਤ ਨੀਵੇਂ ਚੋਰ ਚੋਰ ਮਾਨੀਐ। ਸੁਣ, ਸੰਤਾਂ ਦੇ ਅੱਗੇ ਸੰਤ ਮੱਥਾ ਟੇਕਦੇ ਨੇ, ਚੋਰਾਂ ਦੇ ਅੱਗੇ ਜਾ ਕੇ ਚੋਰ ਮੱਥਾ ਟੇਕਦੇ ਨੇ। ਵੇਖੋ, ਚੋਰਾਂ ਦਾ ਕੋਈ ਸਾਧੂ ਗੁਰੂ ਨਹੀਂ ਹੁੰਦਾ। ਚੋਰਾਂ ਦੇ ਗੁਰੂ ਕਿਹੜੇ ਹੁੰਦੇ? ਜਿਹੜੇ ਵੱਡੇ ਚੋਰ ਹੋਣ। ਡਾਕੂਆਂ ਦਾ ਗੁਰੂ ਕੌਣ ਹੁੰਦਾ? ਜਿਹੜਾ ਵੱਡਾ ਡਾਕੂ ਹੋਵੇ। ਇਸ ਕਰਕੇ ਸਾਧੂਆਂ ਨੇ ਸਾਧੂਆਂ ਅੱਗੇ ਮੱਥਾ ਟੇਕਣਾ, ਚੋਰਾਂ ਨੇ ਜਾ ਕੇ ਚੋਰਾਂ ਦੇ ਅੱਗੇ ਮੱਥਾ ਟੇਕਣਾ। ਵੀ ਮੈਨੂੰ ਤੇ ਕੋਈ ਇਤਰਾਜ਼ ਨਹੀਂ ਹੈ, ਅਗਰ ਮੈਨੂੰ ਨਾਨਕ ਦੇ ਅੱਗੇ ਜਾ ਕੇ ਮੱਥਾ ਟੇਕਣਾ ਪਵੇ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਅਸਲ 'ਚੋਂ ਮੱਥਾ ਟੇਕ ਕੇ ਗਿਆ ਹੈ। ਇਹ ਕਥਾ ਸੀ ਸੁਣ ਚੁੱਕੇ ਆ। ਜਿੱਦਣ ਆਇਆ ਸੀ ਉਹਨੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਸੀ। ਹਾਂਜੀ। ਹੋਏ ਜੋ ਹੰਕਾਰੀ ਮਨ ਨੀਵੇ ਨਾ ਬੇਕਾਰੀ ਕਬ, ਐਸੀ ਬਾਤ ਕੀਐ ਜੋਗ ਪੂਰੋ ਨਾ ਪਛਾਨਿਐ। ਉਹ ਹੰਕਾਰੀ ਮਨੁੱਖ ਹੈ ਜਿਹਦਾ ਸਿਰ ਨਹੀਂ ਨਿਵਦਾ, ਉਹ ਵਿਕਾਰੀ ਮਨੁੱਖ ਹੈ। ਹੰਕਾਰ ਦੇ ਲਈ ਵਿਕਾਰ ਨੇ। ਹੁਣ ਵਿਕਾਰਾਂ ਦੇ ਵਿੱਚ ਆਪਾਂ ਕਹੀਏ ਵੀ ਨਹੀਂ ਜੀ ਅਸੀਂ 2-4 ਚੀਜ਼ਾਂ ਨੂੰ ਵਿਕਾਰ ਸਮਝਦੇ ਹਾਂ, ਨਹੀਂ, ਇਹ ਵੀ ਇੱਕ ਔਗਣ ਹੈ। ਐਵੇਂ ਹੰਕਾਰੀ ਹੋ ਕੇ ਤੁਰੇ ਫਿਰਨਾ। ਇਸ ਕਰਕੇ ਐਸੀ ਬਾਤ ਕੀਏ ਜੋਗ ਪੂਰੋ ਨਾ ਪਛਾਨੀਏ। ਜਿਹੜਾ ਇਹੋ ਜਿਹੀਆਂ ਗੱਲਾਂ ਕਰੇ ਉਹ ਪੂਰਾ ਜੋਗੀ ਨਹੀਂ ਹੋ ਸਕਦਾ। ਹਾਂਜੀ। ਸ਼ੰਭੂਨਾਥ ਲੱਜਤ ਹਵੈ ਸਿੱਧਨ ਸੋ ਬੂਝੇ ਤਬ, ਕੈਸੀ ਬਿਦ ਦੇਖਾ ਤੁਮ ਸਭ ਹੀ ਬਤਾਈਐ। ਹੁਣ ਉਹ ਸ਼ੰਭੂਨਾਥ ਸ਼ਰਮਿੰਦਾ ਹੋ ਗਿਆ ਮੰਗਲਨਾਥ ਦੇ ਸਾਹਮਣੇ। ਹੁਣ ਉਹ ਆਪਣੀ ਗਵਾਹੀ ਪਾਉਣ ਲੱਗਾ ਹੈ।
ਉਹ ਬਾਕੀ ਜੋਗੀਆਂ ਨੂੰ ਕਹਿੰਦਾ ਵੀ ਤੁਸੀਂ ਮੇਰੇ ਤੋਂ ਪਹਿਲਾਂ ਗਏ ਸੀ, ਤੁਸੀਂ ਦੱਸੋ ਤੁਸੀਂ ਨਾਨਕ ਕਿੱਦਾਂ ਦਾ ਵੇਖਿਆ। ਹਾਂਜੀ। ਗੋਰਖ ਕਹਿਤ ਤੁਮ ਰਾਰ ਪਾਈ ਘਰ ਮਾਹੇ, ਹਾਰ ਆਏ ਤਾਂ ਤੇ ਨਹਿ ਬਾਦ ਕੋ ਅਲਾਈਐ। ਹੁਣ ਇਹਨਾਂ ਦਾ ਗੁਰੂ ਗੋਰਖ ਬੋਲ ਪਿਆ, ਕਹਿਣ ਲੱਗਾ ਉਹ ਸ਼ੰਭੂਨਾਥ ਕਿਉਂ ਰਾੜ ਪਾਈ ਹੈ। ਇਹਨੂੰ ਰਾੜ ਵੀ ਕਹਿ ਸਕਦੇ ਹੋ, ਰਾੜ ਵੀ ਕਹਿ ਸਕਦੇ ਹੋ। ਤੇ ਜਿਹੜੀ ਸਾਡੀ ਪਿੰਡਾਂ ਦੀ ਬੋਲੀ ਉਹਦੇ ਵਿੱਚ ਹੁੰਦਾ ਅਡਾਟ ਪਾਉਣਾ, ਵੀ ਕਿਉਂ ਅਡਾਟ ਪਾਇਆ ਹੋਇਆ ਤੂੰ, ਵੀ ਕਿਉਂ ਐਵੇਂ ਉੱਚੀ ਉੱਚੀ ਬੋਲੀ ਜਾਂਦਾ, ਕਿਉਂ ਝਗੜਾ ਕਰੀ ਜਾਂਦਾ। ਗੁਰੂ ਗੋਰਖ ਨੇ ਕਿਹਾ ਵੀ ਸੱਚ ਇਹ ਵੀ ਤੂੰ ਹਾਰ ਕੇ ਆਇਆ ਤੇ ਮੰਨਣ ਲਈ ਤੂੰ ਤਿਆਰ ਨਹੀਂ ਹੈ। ਹਾਂਜੀ। ਕਾਹੂ ਕੀ ਸ਼ਰੀਕਤ ਨਾ ਕੀਜੇ ਮਨ ਮਾਨ ਧਰ, ਤੋਤੇ ਲਗੂ ਹੋਏ ਜਾਏ ਤਾਹੇ ਕੋ ਹਟਾਈਐ। ਕਹਿਣ ਲੱਗੇ ਤੂੰ ਉਹਦੀ ਸ਼ਰੀਕਤ ਕਿਉਂ ਕਰ ਰਿਹਾ ਹੈ, ਜੇ ਤੈਨੂੰ ਲੱਗਦਾ ਵੀ ਉਹ ਤੇਰੇ ਤੋਂ ਛੋਟਾ ਹੈ ਤੇ ਜਾ ਮੋੜ ਕੇ ਆ, ਹੁਣੇ ਪਤਾ ਲੱਗ ਜਾਏਗਾ। ਫਿਰ ਤੇਰੇ ਤੋਂ ਪਿਛਾਂ ਕਿਉਂ ਨਹੀਂ ਮੁੜਿਆ ਉਹ, ਜੇ ਤੂੰ ਵੱਡਾ ਸੀ ਤਾਂ ਮੁੜ ਕੇ ਤੇ ਤੂੰ ਆਇਆ, ਉਹ ਤੇ ਮੁੜਿਆ ਨਹੀਂ। ਹਾਂਜੀ। ਤੁਮ ਤੇ ਵਿਸਾਲ ਜੀਤ ਲੀਨੇ ਤਾਤ ਕਾਲ ਤਿਨ, ਅਬ ਲੋ ਨਾ ਜਾਣਿਓ ਔਰ ਕੈਸੇ ਕਹਿ ਜਨਾਈਐ। ਵੇਖ ਸ਼ੰਭੂਨਾਥ ਉਹਨੇ 3 ਲੋਕ ਜਿੱਤੇ ਹੋਏ ਨੇ, ਤੂੰ ਉਹਦੇ ਚ ਕੀ ਹੈ। ਮੈਨੂੰ ਪਤਾ ਹੈ, ਮੈਂ ਤੁਹਾਨੂੰ ਤਾਂ ਘੱਲਿਆ ਸੀ ਵੀ ਤੁਸੀਂ ਵੀ ਵੇਖ ਕੇ ਆਓ। ਗੁਰੂ ਗੋਰਖ ਨੂੰ ਪਤਾ ਪਹਿਲਾਂ ਹੀ ਲੱਗ ਗਿਆ ਸੀ। ਮੈਂ ਤਾਂ ਹੀ ਕੱਲ੍ਹ ਇੱਕ ਬੇਨਤੀ ਕੀਤੀ ਸੀ ਵੀ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਬੰਦਾ ਸਾਰਾ ਟੱਬਰ ਹੀ ਕੁਟਾ ਦਿੰਦਾ, ਵੀ ਕੱਲ ਨੂੰ ਇਹ ਨਾ ਕਹਿਣ ਵੀ ਤੂੰ ਇਕੱਲੇ ਨੇ ਖਾਧੀ ਸੀ। ਉਹ ਕਹਿੰਦਾ ਮੈਨੂੰ ਪਤਾ ਹੈ ਉਹ 3 ਲੋਕ ਜਿੱਤ ਕੇ ਆਇਆ, ਇਸ ਕਰਕੇ ਤੁਮ ਤੇ ਬਸਾਲ ਜੀਤ ਲੀਨੇ ਤਾਤ ਕਾਲ ਤਿੰਨ, ਅਬ ਲੋ ਨਾ ਜਾਣਿਓ ਔਰ ਕੈਸੇ ਕੇ ਜਣਾਈਏ। ਕਿ ਤੈਨੂੰ ਅਜੇ ਤੱਕ ਨਹੀਂ ਸਮਝ ਆਈ। ਹਾਂਜੀ। सिद्ध साध हूँ की बात ऐसी करी चाहिए, जो ऊंचो सब जानो नीचो आप मान कीजिए। सुन जोगी शंभूनाथ सुन, जोगी नूं ये चाहिदा है कि अपने आप नूं नीवा करके मन्ने, दूजियां नूं वड्डा करके मन्ने। अज समा समाप्त है, सतगुरु किरपा करन। अगली कथा आपां कल गुरु की गोद विच बैठ के सुनिए। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।